शब्द कमाए, परम पद पायो। सेवा करत ना छोड्यो पास, तां ते गौहर ज्ञान प्रगट उजियारो। दुख दरिद्र अंधियार को नास, काव कीरत जो संत चरण मूड़ लागे। तिन काम क्रोध जम को नहीं त्रास, जिम अंगद अंग संग नानक गुर। तिम गुर अमरदास कै गुर रामदास। जिम अंगद अंग संग नानक गुर। तिम गुर अमरदास कै गुर रामदास। सतगुरु श्री गुरु ग्रंथ साहब महाराज जी दी मुकद्दस साध संगत दे अंदर जुड़ बैठ के गुरु ग्रंथ साहब महाराज जी दी पवित्र बाणी दे विचों आप जी ने सवैये महल्ले चौथे के सिरलेख हेठ दर्ज भट्ट साहिबान दे सवैयां दे विचों भट्ट कीरत साहब जी का उचारण किया होया सवैया पाठ रूप विच श्रवण किया है। इस बचन नूं आधार बना के गुरु रामदास महाराज जी दे बारे कुछ वख्यान आप जी दे नाल साझा किया जा रहा है। वख्यान की आरंभता तो पहला एक बार गुरु बख्शी हुई फतेह प्यार सहित प्रवान करनी। कहना जी ओ वाहिगुरु जी का खालसा ओ वाहिगुरु जी की फतेह। सतगुरु गुरु ग्रंथ साहब महाराज जी की पवित्र बाणी दे अंदर 11 पट साहिबान दे बचन हैं। उन्हां 11 पट साहिबाना दे विचों एक पट साहिबान हैं पट कीरत जी। इन्हां दे कुल 8 सवैये हैं। 4 सवैये इन्हां ने गुरु अमरदास महाराज जी की उस्तत दे विच उचारण कीते हैं अते 4 सवैये गुरु रामदास महाराज जी की उस्तत दे विच इन्हां ने उचरत कीते हैं।
ਭੱਟ ਕੀਰਤ ਸਾਹਿਬ ਜੀ ਭੱਟ ਭਿੱਖਾ ਜੀ ਦੇ ਪੁੱਤਰ ਸਨ। ਭੱਟ ਭਿੱਖਾ ਉਹਨਾਂ ਮੋਢੀ ਭੱਟਾਂ ਦੇ ਵਿੱਚੋਂ ਸਨ ਜੋ ਪਹਿਲੀ ਵਾਰ ਗੁਰੂ ਦਰ ਦੇ ਉੱਤੇ ਹਾਜ਼ਰ ਹੋਏ ਅਤੇ ਸਿੱਖੀ ਨੂੰ ਮਨ ਕਰਕੇ ਕਬੂਲ ਕੀਤਾ। ਭੱਟ ਕੀਰਤ ਸਾਹਿਬ ਜੀ ਦਾ ਜੀਵਨ ਬੜਾ ਉੱਚਾ ਤੇ ਸੁੱਚਾ ਸੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸਪੁੱਤਰੀ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਸੀ, ਮੁਰਤਜ਼ਾ ਖਾਨ ਨੇ ਹਮਲਾ ਕਰ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਆਪਣੀ ਪੁੱਤਰੀ ਦਾ ਆਨੰਦ ਕਾਰਜ ਉੱਥੋਂ ਮੁਲਤਵੀ ਕਰਕੇ ਦੂਸਰੀ ਜਗ੍ਹਾ ਤੇ ਆ ਕੇ ਕਰਨਾ ਪਿਆ। ਜੰਗ ਹੋਈ। ਉਸ ਜੰਗ ਦੇ ਵਿੱਚ ਦੋ ਯੋਧਿਆਂ ਦਾ ਨਾਮ ਸਿਖਰਲੇ ਅੱਖਰਾਂ ਦੇ ਵਿੱਚ ਆਉਂਦਾ ਹੈ। ਇੱਕ ਹੈ ਭਾਈ ਬੱਲੂ ਜੀ, ਜੋ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਵਿੱਚੋਂ ਉਹਨਾਂ ਦੇ ਵਡੇਰੇ ਸਨ, ਤੇ ਦੂਸਰੇ ਭਾਈ ਕੀਰਤ ਜੀ ਭਾਵ ਭੱਟ ਕੀਰਤ ਸਾਹਿਬਾ। ਇਹਨਾਂ ਦੋ ਭੱਟਾਂ ਦਾ ਜ਼ਿਕਰ ਖਾਸ ਕਰਕੇ ਆਉਂਦਾ ਹੈ ਕਿ ਉਸ ਜੰਗ ਵਿੱਚ ਜਿਹੜੀ ਅੰਮ੍ਰਿਤਸਰ ਵਿਖੇ ਹੋਈ ਮੁਰਤਜ਼ਾ ਖਾਨ ਦੇ ਨਾਲ, ਇਹਨਾਂ ਦੋਵਾਂ ਗੁਰੂ ਕੇ ਪਿਆਰ ਵਾਲਿਆਂ ਨੇ ਗੁਰੂ ਕੀ ਬਖਸ਼ੀ ਹੋਈ ਮਹਰਮਤ ਦਾ ਸਦਕਾ ਜੋਹਰ ਦਿਖਾਏ ਤੇ ਸ਼ਹੀਦੀਆਂ ਹਾਸਲ ਕੀਤੀਆਂ। ਭਾਵ ਜਿਸ ਭੱਟ ਜੀ ਦੇ ਬਚਨ ਰਾਹੀਂ ਅਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਸ਼ਖਸੀਅਤ ਨੂੰ ਸਮਝਣਾ ਹੈ, ਇਹ ਭੱਟ ਸਾਹਿਬਾਨ ਇੱਕ ਸ਼ਹੀਦ ਭੱਟ ਸਾਹਿਬਾਨ ਹਨ ਜਿਨ੍ਹਾਂ ਨੇ ਸਿੱਖੀ ਦੇ ਵਿੱਚ ਉਹ ਅਖੀਰਲਾ ਮਰਤਬਾ ਜਿਹਨੂੰ ਅਸੀਂ ਸ਼ਹੀਦੀ ਦਾ ਮਰਤਬਾ ਕਹਿੰਦੇ ਹਾਂ ਉਹਨੂੰ ਹਾਸਲ ਕੀਤਾ ਸੀ। ਸੋ ਇਹਨਾਂ ਦੇ ਚਾਰ ਸਵਈਏ ਹਨ। ਗੁਰੂ ਰਾਮਦਾਸ ਮਹਾਰਾਜ ਜੀ ਦੀ ਉਸਤਤ ਦੇ ਵਿੱਚ ਕੁੱਲ 60 ਸਵਈਏ ਹਨ। ਪਹਿਲਾਂ ਮੈਂ ਇੱਕ ਗੱਲ ਸਪਸ਼ਟ ਕਰ ਦੇਣੀ ਚਾਹਾਂਗਾ, ਭੱਟ ਸਾਹਿਬਾਨ ਇੱਕ ਗੱਲ ਉੱਤੇ ਇੱਕ ਗੱਲ ਸਹਿਮਤ ਹਨ ਕਿ ਗੁਰੂ 2 ਨਹੀਂ, ਗੁਰੂ 3 ਨਹੀਂ, ਗੁਰੂ 4 ਨਹੀਂ, ਗੁਰੂ 5 ਨਹੀਂ, ਗੁਰੂ 10 ਨਹੀਂ, ਗੁਰੂ 1 ਹੀ ਹੈ। ਇਸ ਗੱਲ ਉੱਤੇ 11 ਦੇ 11 ਭੱਟ ਸਾਹਿਬਾਨ ਇੱਕ ਮਤ ਹਨ। ਕਈ ਵਾਰੀ ਇਹ ਦੁਬਿਧਾ ਹੋ ਜਾਂਦੀ ਹੈ, ਸਾਡੇ ਮਨ 'ਚ ਇਹ ਖਿਆਲ ਉੱਭਰ ਪਾਉਂਦਾ ਹੈ ਕਿ ਜਿਵੇਂ ਉਹਨਾਂ ਨੇ ਅਲੱਗ-ਅਲੱਗ ਗੁਰੂ ਸਾਹਿਬਾਨ ਦੇ ਬਾਰੇ ਬਚਨ ਕਹੇ ਤੇ ਸ਼ਾਇਦ ਉਹਨਾਂ ਦੇ ਮਨਾਂ ਵਿੱਚ ਇਹ ਖਿਆਲ ਉੱਭਰਦਾ ਹੈ। ਨਹੀਂ, ਜਦੋਂ ਤੁਸੀਂ ਭੱਟ ਸਾਹਿਬਾਨ ਦੇ ਸਵਈਏ ਪੜ੍ਹੋਗੇ ਤਾਂ ਉਹ ਇਹ ਗੱਲ ਕਹਿੰਦੇ ਨੇ, ਕਹਿੰਦੇ ਨਾਨਕ ਤੇ ਅੰਗਦ ਵਿੱਚ ਕੋਈ ਫਰਕ ਨਹੀਂ, ਅੰਗਦ ਤੇ ਅਮਰਦਾਸ 'ਚ ਕੋਈ ਫਰਕ ਨਹੀਂ, ਅਮਰਦਾਸ ਤੇ ਗੁਰੂ ਰਾਮਦਾਸ 'ਚ ਕੋਈ ਫਰਕ ਨਹੀਂ, ਗੁਰੂ ਰਾਮਦਾਸ ਤੇ ਗੁਰੂ ਅਰਜਨ ਸਾਹਿਬ 'ਚ ਕੋਈ ਫਰਕ ਨਹੀਂ। ਉਹ ਇਹ ਕਹਿੰਦੇ ਨੇ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰਦਾਸ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਰਾਮਦਾਸੈ ਦਿਓ। ਉਹ ਇਹ ਕਹਿੰਦੇ ਨੇ ਜੋਤ ਇੱਕ ਹੈ, ਸਰੀਰ ਗੁਰੂ ਨਾਨਕ ਦਾ ਵੀ ਹੋ ਸਕਦਾ ਹੈ, ਗੁਰੂ ਅੰਗਦ ਦਾ ਵੀ ਹੋ ਸਕਦਾ ਹੈ, ਗੁਰੂ ਅਮਰਦਾਸ ਦਾ ਵੀ ਹੋ ਸਕਦਾ ਹੈ, ਗੁਰੂ ਰਾਮਦਾਸ ਦਾ ਵੀ ਹੋ ਸਕਦਾ ਹੈ। ਸੋ ਇਸ ਭਾਵ ਵਿੱਚ ਭੱਟਾਂ ਨੇ ਜੋ ਗੁਰੂ ਨਾਨਕ ਸਾਹਿਬ ਦੇ ਸਰੀਰ ਵਿੱਚ ਜਦੋਂ ਜੋਤ ਗੁਰੂ ਦੀ ਵਰਤ ਰਹੀ ਸੀ, ਜੋ ਉਹਨਾਂ ਨੂੰ ਉਦੋਂ ਮਹਿਸੂਸ ਹੋਇਆ ਉਹਨਾਂ ਨੇ ਉਹਦੇ ਬਾਰੇ ਬਚਨ ਕਹੇ, ਜੋ ਗੁਰੂ ਅੰਗਦ ਸਾਹਿਬ ਦੇ ਬਾਰੇ ਮਹਿਸੂਸ ਹੋਇਆ ਉਹਦੇ ਬਾਰੇ ਬਚਨ ਕਹੇ। ਵੈਸੇ ਉਹਨਾਂ ਦੇ ਜਿਹਨ ਵਿੱਚ ਇੱਕ ਗੱਲ ਪੱਕੀ ਵਸੀ ਹੋਈ ਹੈ, ਗੁਰ ਗੁਰ ਏਕੋ ਵੇਸ ਅਨੇਕ। ਬਾਰੀ ਵੇਸ ਗੁਰੂ ਦਾ ਬਦਲ ਸਕਦਾ ਹੈ, ਉਹ ਗੁਰੂ ਰਾਮਦਾਸ ਵੀ ਹੋ ਸਕਦਾ ਹੈ, ਉਹ ਗੁਰੂ ਅਮਰਦਾਸ ਵੀ ਹੋ ਸਕਦਾ ਹੈ, ਉਹ ਗੁਰੂ ਨਾਨਕ ਵੀ ਹੋ ਸਕਦਾ ਹੈ। ਇਸ ਗੱਲ ਤੇ ਭੱਟ ਸਾਹਿਬਾਨ ਸਾਰੇ ਦੇ ਸਾਰੇ ਇੱਕ ਮਤ ਹਨ। ਸੋ 4 ਸਵਈਏ ਹਨ ਭੱਟ ਕੀਰਤ ਜੀ ਦੇ। ਉਹਨਾਂ ਵਿੱਚੋਂ 3 ਸਵਈਏ ਆਮ ਕਰਕੇ ਅਸੀਂ ਪੜ੍ਹਦੇ ਨਹੀਂ ਆ, ਇੱਕ ਸਵਈਆ ਸਾਨੂੰ ਸਾਰਿਆਂ ਨੂੰ ਬੜਾ ਯਾਦ ਹੈ, ਪਰ ਇਹ 4 ਇੱਕ ਲੜੀ ਦੇ ਵਿੱਚ ਹਨ। ਉਹ ਅਖੀਰਲਾ ਸਵਈਆ ਜਿਹੜਾ ਤੁਸੀਂ ਗੁਰੂ ਰਾਮਦਾਸ ਮਹਾਰਾਜ ਦੀ ਉਸਤਤ ਵਿੱਚ ਪੜ੍ਹਦੇ ਹੋ, ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ
ਵਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਟਾਈ ਇਕ ਅਰਦਾਸ ਭਾਟ ਕੀਰਤ ਕੀ। ਭਾਟ ਤੋਂ ਭਾਵ ਹੈ ਭੱਟ ਕੀਰਤ। ਉਹ ਆਪਣੇ ਆਪ ਨੂੰ ਭਾਟ ਵੀ ਲਿਖਦੇ ਹਨ, ਆਪਣੇ ਆਪ ਨੂੰ ਕਵ ਵੀ ਲਿਖਦੇ ਹਨ। ਕਵ ਕਈ ਥਾਵਾਂ ਤੇ ਉਹ ਕਵੀ ਵੀ ਲਿਖਦੇ ਹਨ। ਭਾਵ ਭੱਟ ਸਾਹਿਬਾਨ ਨੇ ਆਪਣੇ ਵਾਸਤੇ 3 ਲਫ਼ਜ਼ ਚੁਣੇ ਹਨ, ਕਵ, ਕਵੀ ਤੇ ਭਾਟ। ਭਾਟ ਭੱਟ ਦਾ ਹੀ ਬਦਲਿਆ ਹੋਇਆ ਇੱਕ ਸ਼ਬਦ ਹੈ। ਬਾਣੀ ਵਿੱਚ ਤੁਹਾਨੂੰ ਭਾਟ ਹੀ ਮਿਲੇਗਾ, ਭੱਟ ਨਹੀਂ ਮਿਲੇਗਾ। ਖੈਰ, ਸੋ ਇਹ ਅਖੀਰਲਾ ਚੌਥਾ ਸਵਈਆ ਹੈ। ਇਸ ਤੋਂ ਪਹਿਲਾਂ 3 ਸਵਈਏ ਨੇ, ਇੱਕ ਲੜੀ 'ਚ ਨੇ। ਜਦੋਂ ਤੁਸੀਂ ਇਹਨਾਂ ਨੂੰ ਇਕੱਠੇ ਪੜ੍ਹੋਗੇ ਤੇ ਸਵਈਆ ਨੰਬਰ 1, ਸਵਈਆ 2, ਸਵਈਆ 3, ਸਵਈਆ 4, ਚੌਥੇ ਸਵਈਏ 'ਚ ਆ ਕੇ ਭੱਟ ਕੀਰਤ ਜੀ ਇਹ ਕਹਿੰਦੇ ਨੇ, ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ। ਹੁਣ ਜਦੋਂ ਅਸੀਂ ਇਹ ਪੰਕਤੀ ਪੜ੍ਹਦੇ ਹਾਂ ਤੇ ਇਹਦੇ 'ਚ ਸਾਨੂੰ 2 ਚੀਜ਼ਾਂ ਸਮਝ ਆਉਂਦੀਆਂ ਨੇ। ਭੱਟ ਜੀ ਆਪਣੇ ਆਪ ਨੂੰ ਸਿੱਖ ਸਮਝ ਰਹੇ ਨੇ ਤੇ ਗੁਰੂ ਰਾਮਦਾਸ ਜੀ ਨੂੰ ਗੁਰੂ ਮੰਨ ਕੇ ਉਹ ਕਹਿੰਦੇ ਨੇ, ਹੇ ਗੁਰੂ ਸਾਹਿਬ ਜੀ ਸਾਨੂੰ ਆਪਣੇ ਚਰਨ ਸ਼ਰਨ ਵਿੱਚ ਰੱਖ ਲਓ। ਹੁਣ ਸਵਾਲ ਇਹ ਖੜਾ ਹੁੰਦਾ ਹੈ, ਅਸੀਂ ਵੀ ਸਿੱਖ ਹਾਂ, ਅਸੀਂ ਇਸ ਸਵਈਏ ਚੋਂ ਇਹ ਸਮਝਣਾ ਹੈ ਕਿ ਜਿਵੇਂ ਭੱਟ ਜੀ ਨੇ ਇਹ ਵਚਨ ਕਿਹਾ ਕਿ ਗੁਰੂ ਰਾਮਦਾਸ ਮਹਾਰਾਜ ਮੈਨੂੰ ਆਪਣੀ ਸ਼ਰਨ 'ਚ ਰੱਖ ਲਓ, ਉਹਨਾਂ ਨੇ ਗੁਰੂ ਰਾਮਦਾਸ 'ਚ ਵੇਖਿਆ ਕੀ, ਗੁਰੂ 'ਚ ਵੇਖਿਆ ਕੀ? ਜੋ ਉਹਨਾਂ ਵੇਖਿਆ ਉਹਨਾਂ ਨੇ 4 ਸਵਈਆਂ ਦੇ ਵਿੱਚ ਲਿਖਿਆ। ਕਨਸੈਪਟ ਤੁਹਾਨੂੰ ਸਮਝ ਆ ਜਾਏਗਾ। ਮੰਨ ਲਓ ਮੈਂ ਜਾਂ ਤੁਸੀਂ, ਆਪਾਂ ਸਾਰੇ ਅਸੀਂ ਇਹ ਕਹੀਏ ਕਿ ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅੱਜ ਗੁਰੂ ਰਾਮਦਾਸ ਮਹਾਰਾਜ ਦੀ ਜਗ੍ਹਾ ਉਹਨਾਂ ਦੀ ਜੋਤ ਗੁਰੂ ਗ੍ਰੰਥ ਸਾਹਿਬ 'ਚ ਹੈ। ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਆਪਣੀ ਚਰਨ ਛਣ 'ਚ ਰੱਖ ਲਓ। ਅਸੀਂ ਗੁਰੂ ਗ੍ਰੰਥ ਸਾਹਿਬ 'ਚ ਕੀ ਵੇਖਿਆ? ਕਾਗਜ਼ ਦੇਖਿਆ, ਰੁਮਾਲੇ ਦੇਖੇ ਨੇ, ਜਾਂ ਅਸੀਂ ਇਹ ਦੇਖਿਆ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੜੇ ਸੁਸ਼ੋਭਿਤ ਨੇ ਉਹ ਗੁਰਦੁਆਰਾ ਬੜਾ ਵਧੀਆ ਹੈ, ਉੱਥੇ ਲੰਗਰ ਬੜਾ ਵਧੀਆ ਹੈ, ਉੱਥੇ ਸਾਜ਼ਾਂ ਨਾਲ ਕੀਰਤਨ ਬੜਾ ਵਧੀਆ ਹੋ ਰਿਹਾ ਹੈ, ਉੱਥੇ ਕੋਈ ਕਥਾ ਕਰਨ ਵਾਲਾ ਬੜੀ ਵਧੀਆ ਕਥਾ ਕਰ ਰਿਹਾ ਹੈ। ਅਸੀਂ ਇਹ ਦੇਖਿਆ, ਕੀ ਵੇਖਿਆ? ਸੋ ਇਸ ਨੁਕਤੇ ਨੂੰ ਸਮਝਿਓ, ਸਿੱਖ ਦੀ ਨਿਗਾਹ ਗੁਰੂ ਦੇ ਕਿਸ ਤੱਤ ਤੇ ਟਿਕੀ ਹੈ। ਤੋ ਭੱਟ ਸਾਹਿਬਾਨ ਨੇ ਗੁਰੂ ਰਾਮਦਾਸ ਮਹਾਰਾਜ 'ਚ ਕੀ ਵੇਖਿਆ, ਮੈਂ ਅੱਜ ਤੇ ਕੱਲ 2 ਦੀਵਾਨਾਂ ਵਿੱਚ ਇਹ ਅਰਜ਼ ਤੁਹਾਡੇ ਸਾਹਮਣੇ ਰੱਖਾਂਗਾ ਜੋ ਮੈਨੂੰ ਸਮਝ ਆਈ ਉਹਨਾਂ ਸਵਈਆਂ ਨੂੰ ਪੜ੍ਹ ਕੇ। ਕਿਉਂਕਿ ਮੈਂ ਸਿੱਖ ਹਾਂ, ਤੁਸੀਂ ਸਿੱਖ ਹਾਂ, ਸਾਡੀ ਵੀ ਇਹ ਚਾਹਨਾ ਹੈ ਕਿ ਹੇ ਗੁਰੂ ਮਹਾਰਾਜ ਸਾਨੂੰ ਵੀ ਆਪਣੀ ਚਰਨ ਸ਼ਰਨ ਦੇ ਵਿੱਚ ਰੱਖ ਲਓ। ਅਸੀਂ ਪੜ੍ਹਦੇ ਹਾਂ, ਅਸੀਂ ਕਹਿੰਦੇ ਹਾਂ, ਅਸੀਂ ਸਾਡੇ ਅੰਦਰ ਵੀ ਇਹ ਇੱਕ ਦਰਦ ਹੈ, ਇਹ ਅਰਜ਼ ਹੈ ਕਿ ਹੇ ਗੁਰੂ ਸਾਨੂੰ ਆਪਣੀ ਚਰਨ ਸ਼ਰਨ ਵਿੱਚ ਰੱਖ। ਤੇਰੀ ਚਰਨ ਸ਼ਰਨ ਤੋਂ ਬਿਨਾਂ ਸਾਡਾ ਹਾਲ ਉਹਦੇ ਵਰਗਾ ਹੀ ਜਿਹੜਾ ਬਾਬਾ ਕਬੀਰ ਸਾਹਿਬ ਨੇ ਆਪਣੀ ਪਵਿੱਤਰ ਬਾਣੀ ਦੇ ਵਿੱਚ ਕਿਹਾ, ਕਬੀਰ ਥੋੜ੍ਹੈ ਜਲ ਮਾਛਲੀ ਝੀਵਰ ਮੇਲਿਓ ਜਾਲ, ਇਹ ਟੁਗ ਨੇ ਨਾ ਛੁੱਡ ਸੈ ਫਿਰ ਕਰ ਸਮੁੰਦ ਸੰਭਾਲ। ਗੁਰੂ ਤੋਂ ਬਿਨਾਂ ਸਾਡਾ ਹਾਲ ਉਸ ਮੱਛੀ ਵਰਗਾ ਹੈ ਜਿਹੜੀ ਸਮੁੰਦਰ ਨੂੰ ਛੱਡ ਕੇ ਕਿਸੇ ਛੱਪੜ 'ਚ ਟਿਕੀ ਹੈ। ਅੱਜ ਨਹੀਂ ਤੇ ਕੱਲ ਜਾਂ ਬਹੁਤ ਛੱਪੜ ਦੇ ਪਾਣੀ 'ਚ ਫੜੀ ਜਾਏਗੀ, ਜਾਂ ਛੱਪੜ ਦਾ ਪਾਣੀ ਸੁੱਕ ਗਿਆ ਤੇ ਫਿਰ ਫੜੀ ਜਾਏਗੀ ਜਾਂ ਮਾਰੀ ਜਾਏਗੀ। ਬਾਬਾ ਜੀ ਨੇ ਇਹ ਗੱਲ ਕਹੀ, ਕਬੀਰ ਥੋੜ੍ਹੈ ਜਲ ਮਾਛਲੀ ਝੀਵਰ ਮੇਲਿਓ ਜਾਲ, ਇਹ ਟੋਗਣੇ ਨਾ ਛੁੱਟ ਸੈ ਫਿਰ ਕਰ ਸਮੁੰਦ ਸੰਭਾਲ। ਇਹ ਸਾਡੇ ਅੰਦਰ ਦਾ ਦਰਦ ਹੈ। ਉਦਾਹਰਨ ਬੇਸ਼ੱਕ ਮੱਛੀ ਦੀ ਹੈ। ਸੋ ਭੱਟ ਸਾਹਿਬਾਨ ਕੀ ਕਹਿੰਦੇ ਨੇ, ਮੈਂ ਇੱਕ ਇੱਕ ਕਰਕੇ ਅਰਜ਼ ਕਰਦਾ। ਉਹਨਾਂ ਨੇ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਮਹਾਰਾਜ 'ਚ ਕੀ ਤੱਕਿਆ, ਉਹ ਸ਼ੁਰੂ ਕਰਦੇ ਨੇ, ਜਿਨ ਸ਼ਬਦ ਕਮਾਏ ਪਰਮ ਪਦ ਪਾਇਓ। ਇੱਥੇ ਉਹਨਾਂ ਨੇ ਜਿਨ ਸ਼ਬਦ ਵਰਤਿਆ ਗੁਰੂ ਰਾਮਦਾਸ ਵਾਸਤੇ। ਕਹਿੰਦੇ ਜਿਸ ਗੁਰੂ ਰਾਮਦਾਸ ਨੇ ਸ਼ਬਦ ਕਮਾਏ, ਸ਼ਬਦ ਨੂੰ ਕਮਾਇਆ। ਸਭ ਤੋਂ ਪਹਿਲਾਂ ਭੱਟ ਕੀਰਤ ਨੇ ਇਹ ਵੇਖਿਆ ਕਿ ਜਿਸ ਗੁਰੂ ਰਾਮਦਾਸ ਮਹਾਰਾਜ ਨੂੰ ਮੈਂ ਇਹ ਕਹਿ ਰਿਹਾ ਨਾ ਕਿ ਹੇ ਗੁਰੂ ਰਾਮਦਾਸ ਮਹਾਰਾਜ ਮੈਨੂੰ ਆਪਣੀ ਚਰਨ ਸ਼ਰਨ ਵਿੱਚ ਰੱਖ, ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ। ਉਸ ਭੱਟ ਕੀਰਤ ਸਾਹਿਬਾਨ ਨੇ ਗੁਰੂ ਰਾਮਦਾਸ ਮਹਾਰਾਜ 'ਚ ਇਹ ਤੱਕਿਆ ਕਿ ਗੁਰੂ ਰਾਮਦਾਸ ਨੇ ਕੀ ਕੀਤਾ ਹੈ।
ਜਿਨ ਸ਼ਬਦ ਕਮਾਏ। ਕਮਾਏ ਦਾ ਮਤਲਬ ਹੈ ਸ਼ਬਦ। ਜਿਸ ਗੁਰੂ ਰਾਮਦਾਸ ਨੇ ਸ਼ਬਦ ਨੂੰ ਕਮਾਇਆ, ਜਿਨ ਸ਼ਬਦ ਕਮਾਏ। ਸ਼ਬਦ ਕਮਾਏ ਤੋਂ ਭਾਵ ਕੀ ਹੈ? ਜੋ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਇਕੱਠਾ ਕੀਤਾ, ਜੋ ਸ਼ਬਦ ਗੁਰੂ ਅੰਗਦ ਸਾਹਿਬ ਜੀ ਨੇ ਇਕੱਠਾ ਕੀਤਾ, ਜੋ ਸ਼ਬਦ ਗੁਰੂ ਅਮਰਦਾਸ ਜੀ ਨੇ ਇਕੱਠਾ ਕੀਤਾ, ਉਸ ਸ਼ਬਦ ਨੂੰ ਇਨ ਭਿੰਨ ਭਾਵ ਉਸ ਮੁਕੰਮਲ ਬਾਣੀ ਨੂੰ ਭਾਈ ਜੇਠਾ ਜੀ, ਗੁਰੂ ਰਾਮਦਾਸ ਮਹਾਰਾਜ ਜੀ ਦਾ ਪਹਿਲਾ ਨਾਮ, ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਇੱਕ ਅੱਖਰ ਉਸ ਬਾਣੀ ਦਾ ਕਮਾ ਲਿਆ, ਭਾਵ ਆਪਣੇ ਹਿਰਦੇ ਦੇ ਅੰਦਰ ਉਕਰ ਲਿਆ। ਭਾਵ ਜਿਹੜੀ ਗੱਲ ਉਹਨਾਂ ਨੇ ਕਈ ਆਪਣੇ ਸ਼ਬਦਾਂ 'ਚ ਅਸੀਂ ਬਚਨ ਪੜ੍ਹਦੇ ਹਾਂ ਉਹਨਾਂ ਦਾ, ਗੁਰੂ ਰਾਮਦਾਸ ਮਹਾਰਾਜ ਜੀ ਦਾ, ਬਾਣੀ ਗੁਰੂ, ਗੁਰੂ ਹੈ ਬਾਣੀ, ਇਹ ਗੁਰੂ ਰਾਮਦਾਸ ਜੀ ਦਾ ਬਚਨ ਹੈ। ਉਹਨਾਂ ਕਿਹਾ, ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਸ ਗੱਲ ਨੂੰ ਪਹਿਲਾਂ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਕਮਾਇਆ, ਸ਼ਬਦ ਕਮਾਇਆ। ਸ਼ਬਦ ਤੇ ਹੋਰ ਵੀ ਬਹੁਤ ਸਾਰੇ ਬੰਦੇ ਦਿੰਦੇ ਸਨ। ਭੱਟ ਸਾਹਿਬਾਨਾਂ ਨੇ ਆਪਣੀ ਬਾਣੀ 'ਚ ਜ਼ਿਕਰ ਕੀਤਾ, ਕਹਿੰਦੇ ਗੁਰੂ ਰਾਮਦਾਸ ਮਹਾਰਾਜ ਨੂੰ ਛੱਡ ਕੇ, ਗੁਰੂ ਘਰ ਨੂੰ ਛੱਡ ਕੇ, ਗੁਰੂ ਨਾਨਕ ਦੇ ਘਰ ਨੂੰ ਛੱਡ ਕੇ ਅਸੀਂ ਬੜਿਆਂ ਕੋਲ ਗਏ ਹਾਂ। ਬੜਿਆਂ ਨੇ ਸਾਨੂੰ ਸ਼ਬਦ ਦਿੱਤਾ, ਉਪਦੇਸ਼ ਦਿੱਤਾ, ਪਰ ਕੀ ਫਰਕ ਨਜ਼ਰ ਆਇਆ ਸਾਨੂੰ ਗੁਰੂ ਰਾਮਦਾਸ ਮਹਾਰਾਜ 'ਚ ਤੇ ਬਾਕੀਆਂ 'ਚ? ਉਹਨਾਂ ਨੇ ਆਪਣੀ ਬਾਣੀ 'ਚ ਲਿਖਿਆ, ਉਹ ਕਹਿੰਦੇ ਨੇ, ਬਰਸ ਏਕ ਹੋ ਫਿਰਿਓ, ਕਿਨੈ ਨਾ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਕਹਿੰਦੇ ਗੱਲਾਂ ਤਾਂ ਉਹਨਾਂ ਨੇ ਬਹੁਤ ਕੀਤੀਆਂ, ਪਰ ਉਹਨਾਂ ਦੀ ਰਹਿਤ ਉਵੇਂ ਦੀ ਨਹੀਂ ਸੀ। ਜੋ ਸ਼ਬਦ ਉਹ ਦੱਸ ਰਹੇ ਸਨ, ਉਹ ਸ਼ਬਦ ਆਪ ਕਮਾ ਨਹੀਂ ਸੀ ਰਹੇ। ਸੋ ਮੈਂ ਅਰਜ਼ ਇਹ ਕਰ ਰਿਹਾ, ਭੱਟ ਕਿਉਂ ਤਰਲਾ ਲੈ ਰਹੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਦਾ? ਇਸ ਕਰਕੇ ਤਰਲਾ ਲੈ ਰਹੇ ਨੇ, ਗੁਰੂ ਨੇ ਜੋ ਕਿਹਾ ਉਹ ਕਮਾਇਆ। ਸੋ ਪਹਿਲਾਂ ਉਹਨਾਂ ਇਹ ਵੇਖਿਆ, ਉਹਨਾਂ ਇਹ ਨਹੀਂ ਵੇਖਿਆ ਕਿ ਇੱਥੇ ਲੰਗਰ ਬਹੁਤ ਵਧੀਆ ਚੱਲਦਾ ਹੈ, ਉਹਨਾਂ ਇਹ ਨਹੀਂ ਵੇਖਿਆ ਕਿ ਇੱਥੇ ਪੋਸ਼ਾਕੇ ਬੜੇ ਵਧੀਆ ਨੇ, ਉਹਨਾਂ ਇਹ ਨਹੀਂ ਵੇਖਿਆ ਕਿ ਇੱਥੇ ਇਕੱਠ ਦੁਨੀਆ ਦਾ ਬਹੁਤ ਵਧੀਆ, ਕਿਤੇ ਜ਼ਿਕਰ ਨਹੀਂ ਕੀਤਾ ਉਹਨਾਂ ਨੇ। ਉਹਨਾਂ ਸਭ ਤੋਂ ਮੂਲ ਗੱਲ ਜਿਹੜੀ ਹੈ, ਜਿੱਥੋਂ ਧੁਰਾ ਸ਼ੁਰੂ ਹੁੰਦਾ ਹੈ, ਕਿ ਜਿਸ ਗੁਰੂ ਦਾ ਉਹਨਾਂ ਨੇ ਧਿਆਨ ਧਰਿਆ, ਉਸ ਗੁਰੂ 'ਚ ਸਭ ਤੋਂ ਪਹਿਲਾਂ ਉਹਨਾਂ ਵੇਖਿਆ ਕਿ ਇਸ ਗੁਰੂ ਨੇ ਸ਼ਬਦ ਨੂੰ ਇਨ ਭਿੰਨ ਆਪਣੀ ਜ਼ਿੰਦਗੀ 'ਚ ਕਮਾਇਆ ਹੈ, ਭਾਵ ਗੁਰੂ ਦੇ ਸ਼ਬਦ ਦੀ ਕਮਾਈ ਨੂੰ ਤੱਕਿਆ। ਅੱਜ ਆਹੀ ਦਿੱਕਤ ਹੈ, ਅਸੀਂ ਵੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਜਾਂਦੇ ਹਾਂ, ਪਰ ਅਸੀਂ ਉਹਨਾਂ ਦੇ ਸ਼ਬਦ ਦੀ ਉਸ ਕਮਾਈ ਵੱਲ ਇੱਕ ਕਿੰਚਾ ਮਾਤਰ ਵੀ ਆਪਣਾ ਧਿਆਨ ਨਹੀਂ ਦਿੰਦੇ। ਤੁਸੀਂ ਦੇਖਿਓ, ਕਿਸੇ ਦਾ ਧਿਆਨ ਪਟਾਕਿਆਂ ਵੱਲ ਹੋਣਾ ਹੈ, ਕਿਸੇ ਦਾ ਸੋਨੇ ਵੱਲ ਹੋਣਾ ਹੈ, ਕਿਸੇ ਦਾ ਹੋਰ ਕਿਸੇ ਵਾਲੇ ਪਾਸ ਹੋਣਾ। ਆ ਇੱਕ ਦਰਦ ਹੈ, ਇਹ ਤਕਲੀਫ ਹੈ। ਅਸੀਂ ਵੇਖੀਏ ਭੱਟਾਂ ਦੀ ਨਿਗਾਹ ਨਾਲ, ਭੱਟਾਂ ਨੂੰ ਆਪਣੀ ਜਗ੍ਹਾ ਤੇ ਰੱਖ ਲਓ, ਸਮਝ ਲਓ ਭੱਟ ਕੀਰਤ ਨੂੰ ਆਪਣੀ ਜਗ੍ਹਾ ਤੇ ਰੱਖ ਲਓ, ਸਿੱਖ ਹੈ, ਮੈਂ ਵੀ ਇੱਕ ਸਿੱਖ ਹਾਂ। ਮੈਂ ਕਿਵੇਂ ਵੇਖਾਂ ਗੁਰੂ ਰਾਮਦਾਸ ਮਹਾਰਾਜ ਨੂੰ, ਕਿਵੇਂ ਤੱਕਾਂ? ਮੇਰੀ ਤੱਕਣੀ ਤੇ ਉਸ ਭੱਟ ਕੀਰਤ ਦੀ ਤੱਕਣੀ 'ਚ ਵੇਖੋ ਕਿੰਨਾ ਫਰਕ ਪੈ ਗਿਆ। ਕਿਸੇ ਨੇ ਭੀੜ ਨੂੰ ਤੱਕਣਾ ਹੈ, ਕਿਸੇ ਨੇ ਬਹੁਤ ਆਏ ਹੋਏ ਵੱਡੇ ਸੈਲਾਬ ਨੂੰ ਤੱਕਣਾ ਹੈ ਕਿ ਇੰਨੀ ਸੰਗਤ ਆਈ ਹੈ। ਇਸ ਕਮਾਏ ਹੋਏ ਸ਼ਬਦ ਨੂੰ ਕਿਸੇ ਨੇ ਤੱਕਣਾ ਹੀ ਨਹੀਂ, ਕਿਉਂਕਿ ਉਹ ਬਿਰਤੀ ਸਾਡੇ ਅੰਦਰੋਂ ਖਤਮ ਹੋ ਗਈ ਹੈ। ਸੋ ਪਹਿਲੀ ਗੱਲ ਉਹਨਾਂ ਨੇ ਜੋ ਨਜ਼ਰ ਆਈ ਉਹ ਇਹ ਨਜ਼ਰ ਆਈ, ਕਹਿੰਦੇ ਗੁਰੂ ਰਾਮਦਾਸ ਨੇ ਸ਼ਬਦ ਨੂੰ ਕਮਾ ਲਿਆ। ਅਗਲੀ ਗੱਲ ਜਿਹੜੀ ਮੈਂ ਇੱਥੇ ਸਾਂਝੀ ਕਰਨ ਲੱਗਾ, ਅਗਲਾ ਗੱਲ ਉਹ ਕਹਿੰਦੇ, ਸ਼ਬਦ ਕਮਾਏ ਪਰਮ ਪਦ ਪਾਇਓ। ਦੂਜਾ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਪਰਮ ਪਦ ਤੇ ਨੇ। ਹੁਣ ਇਹ ਲਫ਼ਜ਼ ਸਾਡੇ ਲਈ ਹੋ ਸਕਦਾ ਥੋੜਾ ਜਿਹਾ ਨਵਾਂ ਹੋਵੇ। ਪਰਮ ਪਦ ਦਾ ਭਾਵ ਹੈ ਸਾਡੇ ਅੰਦਰ ਦੀ ਇੱਕ ਅਵਸਥਾ, ਜਿਹਦਾ ਜ਼ਿਕਰ ਬਾਣੀ ਦੇ ਵਿੱਚ ਕਈ ਥਾਵਾਂ ਤੇ ਹੈ। ਇਹਨੂੰ ਸਹਿਜ ਅਵਸਥਾ ਵੀ ਆਂਦੇ ਨੇ, ਇਹਨੂੰ ਬਾਣੀ ਵਿੱਚ ਤੁਰੀਆ ਅਵਸਥਾ ਵੀ ਕਹਿੰਦੇ ਨੇ, ਇਹਨੂੰ ਬਾਣੀ ਦੇ ਵਿੱਚ ਸੱਚਖੰਡ ਵੀ ਕਹਿੰਦੇ ਨੇ, ਇਹਨੂੰ ਬਾਣੀ ਦੇ ਵਿੱਚ ਬਾਬਾ ਜੀ, ਬਾਬਾ ਕਬੀਰ ਸਾਹਿਬ ਜੀ ਇਉਂ ਵੀ ਕਹਿੰਦੇ ਨੇ, ਕਹਿੰਦੇ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ। ਕਹਿੰਦੇ ਗੁਰੂ ਰਾਮਦਾਸ ਮਹਾਰਾਜ ਸ਼ਬਦ ਨੂੰ ਕਮਾ ਕੇ ਉਸ ਅਵਸਥਾ ਤੇ ਖੜੇ ਹੋ ਗਏ ਨੇ ਜਿਹਨੂੰ ਪਰਮ ਅਵਸਥਾ ਕਹਿੰਦੇ। ਭੱਟਾਂ ਨੇ ਇਹ ਵੇਖਿਆ, ਆਪਣੇ ਗੁਰੂ ਦੀ ਅੰਦਰ ਦੀ ਅਵਸਥਾ ਨੂੰ ਤੱਕਿਆ, ਗੁਰੂ ਦੇ ਅੰਦਰ ਤੱਕਿਆ,
ਕਿ ਇਹਦੀ ਅਵਸਥਾ ਬੜੀ ਉੱਚੀ ਹੈ, ਇਹ ਉੱਚ ਅਵਸਥਾ ਦਾ ਮਾਲਕ ਹੈ। ਤੇ ਉਹ ਉੱਚ ਅਵਸਥਾ ਜਿਹਦੀ ਵਿਆਖਿਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਤਰ੍ਹਾਂ ਕੀਤੀ ਹੈ। ਜੇ ਆਪਾਂ ਇਹਨੂੰ ਸਮਝਣਾ ਹੋਏ ਕਿ ਇਹ ਕੀ ਹੁੰਦੀ ਹੈ, ਦੇਖੋ ਇਹਦੇ ਬਾਰੇ ਬੋਲ ਕੇ ਨਹੀਂ ਦੱਸਿਆ ਜਾ ਸਕਦਾ, ਪਰ ਜੇ ਥੋੜ੍ਹਾ ਜਿਹਾ ਸਮਝਣਾ ਹੋਵੇ ਇਹਨੂੰ, ਗੁਰੂ ਤੇਗ ਬਹਾਦਰ ਜੀ, ਜਿਹੜਾ ਇਹ ਸ਼ਬਦ ਮੈਂ ਕਹਿ ਰਿਹਾ, ਜਿਹੜੀ ਤੱਕੀ ਗੁਰੂ ਰਾਮਦਾਸ ਮਹਾਰਾਜ ਵਿੱਚ ਭੱਟਾ ਨੇ, ਉਹ ਅਵਸਥਾ ਕੀ ਹੈ, ਉਹਨੂੰ ਗੁਰੂ ਤੇਗ ਬਹਾਦਰ ਜੀ ਇਉਂ ਕਹਿੰਦੇ ਨੇ, ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਅਰ ਪੈ ਨਹੀਂ ਜਾ ਕੈ, ਕੰਚਨ ਮਾਟੀ ਮਾਨੈ। ਆਹ ਗੱਲਾਂ ਉਸ ਅਵਸਥਾ ਦੇ ਵਿੱਚ ਭਾਰੂ ਹੁੰਦੀਆਂ ਨੇ। ਇਹ ਉਸ ਅਵਸਥਾ ਦੀ ਵਿਆਖਿਆ ਹੈਗੀ, ਇਹ ਉਸ ਅਵਸਥਾ ਦਾ ਅੱਗੇ ਜ਼ਿਕਰ ਥੋੜਾ ਜਿਹਾ ਬਾਣੀ 'ਚ ਹੈ। ਅੱਗੇ ਬਾਣੀ ਨੇ ਆ ਕੇ ਇਸ ਅਵਸਥਾ ਦੇ ਜ਼ਿਕਰ ਬਾਰੇ ਇਹ ਗੱਲ ਕਹੀ ਹੈ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ। ਬਿਆਨ ਕਰਨਾ ਕਠਨ ਹੈ। ਸੋ ਕਹਿੰਦੇ ਉੱਚ ਅਵਸਥਾ ਤੱਕੀ ਉਹਨਾਂ ਨੇ। ਸੋ ਜ਼ਿਕਰ ਕੀਤਾ ਭੱਟ ਜੀ ਨੇ, ਕਹਿੰਦੇ ਗੁਰੂ ਰਾਮਦਾਸ ਮਹਾਰਾਜ 'ਚ ਤੱਕਿਆ। ਪਹਿਲਾ ਕੀ ਕਹਿੰਦੇ, ਪਹਿਲਾ ਹੀ ਤੱਕਿਆ, ਜਿਨ ਸ਼ਬਦ ਕਮਾਏ ਪਰਮ ਪਦ ਪਾਇਓ। ਅੱਗੇ, ਸੇਵਾ ਕਰਤ ਨਾ ਛੋੜਿਓ ਪਾਸ। ਅਗਲੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਸੇਵਾ ਤੱਕੀ, ਜੋ ਭਾਈ ਜੇਠੇ ਦੇ ਰੂਪ ਵਿੱਚ ਉਹਨਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਰਨ ਚਰਨ 'ਚ ਰਹਿ ਕੇ ਸੇਵਾ ਕੀਤੀ। ਤੇ ਸੇਵਾ ਦੇ ਵਿੱਚ ਸੇਵਾ ਕਰਦਿਆਂ ਬਹੁਤ ਸਾਰੀਆਂ ਦਿੱਕਤਾਂ ਵੀ ਆਉਂਦੀਆਂ ਨੇ, ਬਹੁਤ ਸਾਰੇ ਲੋਕਾਂ ਦੀਆਂ ਗੱਲਾਂ ਵੀ ਸੁਣਨੀਆਂ ਪੈਂਦੀਆਂ ਨੇ। ਕਈ ਵਾਰ ਮਨ ਦਾ ਝੁਕਾਅ ਵੀ ਐਸਾ ਹੁੰਦਾ ਕਿ ਇੰਨਾ ਕੁਝ ਕਰ ਰਹੇ, ਇਹਦੇ 'ਚੋਂ ਹਾਸਲ ਕੀ ਹੋਏਗਾ। ਬਹੁਤ ਕੁਝ ਐਸਾ ਹੁੰਦਾ। ਸੇਵਾ ਦੇ ਰਸਤੇ ਨੂੰ ਬਾਣੀ ਨੇ ਇੱਕ ਵਿਖੜਾ ਰਸਤਾ ਆਖਿਆ। ਬਾਣੀ 'ਚ ਇੱਕ ਜ਼ਿਕਰ ਆਉਂਦਾ ਹੈ, ਇੱਕ ਥਾਂ ਤੇ ਆਖਿਆ ਕਿ ਸੇਵਾ ਬੜੀ ਸੌਖੀ ਹੈ, ਇੱਕ ਥਾਂ ਤੇ ਆਖਿਆ ਹੈ ਕਿ ਸੇਵਾ ਬੜੀ ਔਖੀ ਹੈ। ਇਹ ਦੋ ਸ਼ਬਦ ਤੁਸੀਂ ਬਾਣੀ 'ਚ ਵਾਰ-ਵਾਰ ਪੜ੍ਹੋਗੇ। ਤੀਜਾ ਇਹ ਪੜ੍ਹੋਗੇ ਕਿ ਸੇਵਾ ਕਰ। ਸੇਵਾ ਕਰਨ ਦੇ ਨਾਲ ਇੱਕ ਇਹ ਆਏਗਾ ਕਿ ਸਤਿਗੁਰ ਕੀ ਸੇਵਾ ਗਾਖੜੀ। ਗਾਖੜੀ ਦਾ ਮਤਲਬ ਹੁੰਦਾ ਔਖੀ। ਇੱਕ ਥਾਂ ਤੇ ਇਹ ਜ਼ਿਕਰ ਆਏਗਾ ਕਿ ਗੁਰੂ ਦੀ ਸੇਵਾ ਹੈ ਹੀ ਬੜੀ ਸੌਖੀ ਹੈ। ਹਾਲਾਂਕਿ ਦੋਵੇਂ ਅੰਦਰ ਦੀਆਂ ਅਲੱਗ-ਅਲੱਗ ਬਿਰਤੀਆਂ ਦੇ ਬਾਰੇ। ਔਖੀ ਉੱਥੇ ਆਖਿਆ ਜਿੱਥੇ ਬੰਦਾ ਸ਼ੁਰੂ ਹੁੰਦਾ ਹੈ, ਕਿਉਂਕਿ ਸ਼ੁਰੂਆਤੀ ਤੌਰ ਤੇ ਉਹਨੂੰ ਪਤਾ ਨਹੀਂ ਹੁੰਦਾ, ਉਹਦੇ ਸਾਹਮਣੇ ਕਈ ਤਰ੍ਹਾਂ ਦੀਆਂ ਦਿੱਕਤਾਂ ਖੜਦੀਆਂ ਨੇ। ਇਸ ਕਰਕੇ ਉਹਦੇ ਲਈ ਇਹ ਸੇਵਾ ਬੜੀ ਔਖੀ ਹੈ, ਕਿਉਂਕਿ ਸ਼ੁਰੂਆਤੀ ਤੌਰ ਤੇ ਸੇਵਾ ਨੂੰ ਆਰੰਭ ਕਰਨਾ ਤੇ ਉਹਦੇ 'ਚ ਜੁਟੇ ਰਹਿਣਾ, ਇਹਦੇ ਲਈ ਪੱਕੇ ਪੈਰ ਚਾਹੀਦੇ ਨੇ, ਕਿਉਂਕਿ ਉਹਨਾਂ ਪੈਰਾਂ ਨੂੰ ਡਲਾਉਣ ਵਾਸਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸਾਹਮਣੇ ਖੜੀਆਂ ਹੁੰਦੀਆਂ ਨੇ। ਤੇ ਜਦੋਂ ਬੰਦਾ ਪਰੋੜ ਹੋ ਜਾਂਦਾ ਸੇਵਾ ਕਰਦਿਆਂ ਕਰਦਿਆਂ, ਫਿਰ ਕਹਿੰਦੇ ਨੇ ਉਸ ਸੇਵਾ ਵਿੱਚੋਂ ਉਹਨੂੰ ਰਸ ਆਉਣ ਲੱਗ ਜਾਂਦਾ, ਫਿਰ ਉਹਦੇ ਵਾਸਤੇ ਸੌਖੀ ਵੀ ਬੜੀ ਹੈ, ਉਹਨੂੰ ਉਹਦੇ 'ਚੋਂ ਕੋਈ ਹਟਾ ਨਹੀਂ ਸਕਦਾ। ਫਿਰ ਉਹ ਸੇਵਾ ਭਾਵੇਂ ਬੇਖਮ ਤੋਂ ਬੇਖਮ ਕਿਉਂ ਨਹੀਂ। ਤੁਸੀਂ ਦੇਖਿਓ, ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ 'ਚ ਅਸੀਂ ਇੱਕ ਘਟਨਾ ਪੜ੍ਹਦੇ ਹਾਂ। ਵੈਸੇ ਬਹੁਤ ਸਾਰੀਆਂ ਘਟਨਾਵਾਂ ਨੇ, ਪਰ ਮੈਂ ਇਸ ਗੱਲ ਨੂੰ ਸਮਝਾਉਣ ਵਾਸਤੇ ਅਰਜ਼ ਕਰ ਰਿਹਾ ਕਿ ਜਦੋਂ ਤੋਪ ਦਾ ਟਾਇਰ ਟੁੱਟ ਗਿਆ, ਪਹੀਆ ਟੁੱਟ ਗਿਆ, ਤੋਪ ਦਾ ਨਿਸ਼ਾਨਾ ਸਹੀ ਨਹੀਂ ਲੱਗ ਰਿਹਾ, ਸਭ ਨੂੰ ਪਤਾ ਹੈ ਇਸ ਗੱਲ ਦਾ, ਸਭ ਨੂੰ ਯਕੀਨ ਹੈ, ਭਰੋਸਾ ਹੈ ਕਿ ਜਿਹੜਾ ਬੰਦਾ ਉਹਦੇ ਥੱਲੇ ਮੋਢਾ ਲਾਏਗਾ ਉਹ ਉੱਡ ਜਾਏਗਾ। ਗੋਲਾ ਲਾਉਣ ਵਾਲਿਆਂ ਨੂੰ ਵੀ ਪਤਾ ਹੈ, ਮੋਢਾ ਲਾਉਣ ਵਾਲਿਆਂ ਨੂੰ ਵੀ ਪਤਾ ਹੈ, ਸਭ ਨੂੰ ਪਤਾ ਹੈ। ਪਰ ਤੁਸੀਂ ਦੇਖੋ, ਸਾਡੇ ਇਤਿਹਾਸ 'ਚ ਇਸ ਗੱਲ ਦਾ ਜ਼ਿਕਰ ਆਉਂਦਾ ਹੈ ਕਿ ਉੱਥੇ ਸਿੱਖਾਂ ਨੇ ਮੋਢੇ ਲਾਏ। ਕਾਹਦੇ ਵਾਸਤੇ? ਕਾਹਤੋਂ? ਕਿਉਂਕਿ ਉਹਨਾਂ ਦਾ ਉੱਥੇ ਮੋਢਾ ਲਾਉਣਾ ਇੱਕ ਸੇਵਾ ਦਾ ਪੱਖ ਸੀਗਾ, ਜਿਨ੍ਹਾਂ ਨੂੰ ਉਹ ਗੱਲ ਉੱਥੇ ਬੜੀ ਸਹਿਜ ਤੇ ਸੁਖੈਨੀ ਲੱਗ ਰਹੀ ਸੀ, ਬੜੀ ਸੌਖੀ ਲੱਗ ਰਹੀ ਸੀ। ਉਹਨਾਂ ਵਾਸਤੇ ਉਹ ਕਠਿਨ ਨਹੀਂ। ਹੋ ਸਕਦਾ ਮੇਰੇ ਵਾਸਤੇ ਗੱਲ ਬੜੀ ਕਠਿਨ ਹੋਵੇ ਕਿ ਤੋਪ ਦੇ ਮੋਢਾ ਲਾਵਾਂਗਾ, ਮੈਂ ਵੀ ਨਹੀਂ ਬਚਣਾ, ਮੇਰੇ ਵੀ ਤੂੰਬੇ ਉੱਡ ਜਾਣੇ ਨੇ। ਇੱਕ ਸ਼ੁਰੂਆਤੀ ਬੰਦੇ ਵਾਸਤੇ ਹੋ ਸਕਦਾ ਇਹ ਚੀਜ਼ ਬੜੀ ਔਖੀ ਹੋਵੇ, ਪਰ ਅੰਦਾਜ਼ਾ ਲਾਓ, ਜਦੋਂ ਇਤਿਹਾਸ ਨੂੰ ਪੜ੍ਹਦੇ ਆ ਤੇ ਉੱਥੇ ਬੰਦਿਆਂ ਦਾ ਇੱਕ ਚੰਮ ਘੱਟ ਪੈਦਾ ਹੋ ਜਾਂਦਾ ਹੈ ਮੋਢਾ ਲਾਉਣ ਵਾਲਿਆਂ ਦਾ। ਇਹ ਉਹ ਬਿਰਤੀ ਦੇ ਬੰਦੇ ਸਨ ਜਿਨ੍ਹਾਂ ਦੀ ਪਰਖ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਬੋ ਕੀ ਤਲਵੰਡੀ ਵਿਖੇ ਕੀਤੀ ਸੀ ਕਿ ਹੈ ਕੋਈ ਮੇਰੇ ਸਿੱਖਾਂ ਵਿੱਚੋਂ ਜਿਹੜਾ ਇਸ ਬੰਦੂਕ ਦੀ ਪਰਖ ਲਾ ਸਕੇ।
ਇਹ ਉਸ ਬਿਰਤੀ ਦੇ ਬੰਦੇ ਸਨ, ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਵਰਗੇ। ਖੈਰ, ਮੈਂ ਜਿਹੜੀ ਗੱਲ ਸਾਂਝੀ ਕਰਨ ਲੱਗਾ, ਕਹਿੰਦੇ ਗੁਰੂ ਰਾਮਦਾਸ ਮਹਾਰਾਜ ਭਾਵ ਭਾਈ ਜੇਠੇ ਦੇ ਵਿੱਚ ਅਸੀਂ ਤੱਕਿਆ। ਭੱਟ ਸਾਹਿਬਾਨ ਕਹਿੰਦੇ ਸੇਵਾ ਕਰਤ ਨਾ ਛੋੜਿਓ ਪਾਸ। ਪਾਸ ਦਾ ਮਤਲਬ ਹੁੰਦਾ ਪਾਸਾ। ਕਹਿੰਦੇ ਉਹਨਾਂ ਨੇ ਸੇਵਾ ਕਰਦੇ ਹੋਇਆਂ ਦਿੱਕਤਾਂ ਬੜੀਆਂ ਆਈਆਂ ਉਹਨਾਂ ਦੇ ਸਾਹਮਣੇ ਵੀ, ਗੁਰੂ ਰਾਮਦਾਸ ਮਹਾਰਾਜ ਦੇ ਸਾਹਮਣੇ, ਪਰ ਉਹਨਾਂ ਨੇ ਗੁਰੂ ਵਾਲਾ ਪਾਸਾ ਛੱਡਿਆ ਨਹੀਂ, ਉਹ ਪਿੱਛੇ ਨਹੀਂ ਹਟੇ। ਜਿਨ੍ਹਾਂ ਵਿੱਚੋਂ ਇੱਕ ਦਾ ਜ਼ਿਕਰ ਸਾਡੇ ਇਤਿਹਾਸ 'ਚ ਆਉਂਦਾ ਹੈ, ਮੈਂ ਸਾਂਝਾ ਕਰਾਂ। ਜਦੋਂ ਇਹ ਗੁਰੂ ਘਰ ਦੇ ਜਵਾਈ ਬਣ ਗਏ, ਭਾਈ ਜੇਠਾ ਜੀ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਪੁੱਤਰੀ ਦਾ ਆਨੰਦ ਕਾਰਜ ਕਰ ਦਿੱਤਾ, ਬੀਬੀ ਭਾਨੀ ਦਾ, ਤਾਂ ਸ਼ਰੀਕੇ ਵਾਲੇ ਗਾਹੇ ਬਗਾਹੇ ਇੱਥੇ ਆਉਂਦੇ ਰਹਿੰਦੇ ਸਨ, ਕਿਉਂਕਿ ਸੇਵਾ ਚੱਲ ਰਹੀ ਸੀ ਉਸ ਵਕਤ ਗੁਰੂ ਕੇ ਚੱਕ ਦੀ। ਨਗਰ ਵਸ ਰਿਹਾ ਸੀਗਾ, ਉਸ ਵਕਤ ਆਏ ਤੇ ਆ ਕੇ ਕਹਿਣ ਲੱਗੇ, ਜਦੋਂ ਤੱਕਿਆ ਭਾਈ ਜੇਠਾ ਸਿਰ ਤੇ ਟੋਕਰੀ ਢੋ ਰਿਹਾ, ਅਰਜ਼ ਕੀਤੀ। ਅਰਜ਼ ਕੀ ਕੀਤੀ? ਗੁਰੂ ਅਮਰਦਾਸ ਮਹਾਰਾਜ ਕੀ ਕਰ ਰਹੇ ਹੋ? ਇੱਕ ਪਾਸੇ ਤੁਸੀਂ ਇਸ ਬੱਚੇ ਨੂੰ ਆਪਣੇ ਘਰ ਦਾ ਜਵਾਈ ਬਣਾਇਆ ਤੇ ਦੂਜੇ ਪਾਸੇ ਟੋਕਰੀ ਢਵਾ ਰਹੇ ਹੋ। ਕਿਉਂਕਿ ਸਮਾਜਿਕ ਤੌਰ ਤੇ ਸਾਡੇ ਸੱਭਿਆਚਾਰ ਵਿੱਚ ਇਹ ਗੱਲ ਠੀਕ ਨਹੀਂ ਸੀ, ਅੱਜ ਵੀ ਹੈ। ਧੀ ਵਾਲਾ ਹਮੇਸ਼ਾ ਨਿਉ ਕੇ ਚੱਲਦਾ, ਅੱਜ ਵੀ ਇਹ ਬਿਰਤੀ ਸਾਨੂੰ ਦੇਖਣ ਨੂੰ ਮਿਲਦੀ ਹੈ। ਹਾਲਾਂਕਿ ਗੁਰਮਤਿ ਵਿੱਚ ਐਸਾ ਨਹੀਂ, ਗੁਰਮਤਿ ਨੇ ਦੋਵਾਂ ਚੀਜ਼ਾਂ ਨੂੰ ਬਰਾਬਰ ਰੱਖਿਆ, ਪਰ ਸਮਾਜਿਕ ਤੌਰ ਤੇ ਇਹ ਗੱਲ ਪ੍ਰਵਾਨ ਚੜ ਗਈ ਸੀ। ਇਸੇ ਕਰਕੇ ਉਹਨਾਂ ਨੇ ਉਸ ਲਹਿਜੇ 'ਚ ਜਦੋਂ ਗੁਰੂ ਅਮਰਦਾਸ ਮਹਾਰਾਜ ਨੂੰ ਇਹ ਗੱਲ ਕਹੀ, ਤਾਂ ਗੁਰੂ ਅਮਰਦਾਸ ਮਹਾਰਾਜ ਨੇ ਭਾਈ ਜੇਠਾ ਜੀ ਨੂੰ ਬੁਲਾਇਆ ਤੇ ਆਖਿਆ, ਭਾਈ ਤੇਰੇ ਸ਼ਰੀਕੇ ਵਾਲੇ ਗੱਲ ਕਹਿੰਦੇ ਵੀ ਤੂੰ ਇੱਥੇ ਸਾਡੇ ਗੁਰੂ ਘਰ ਦਾ ਜਵਾਈ ਹੈ ਤੇ ਟੋਕਰੀ ਢੋ ਰਿਹਾ। ਤਾਂ ਕਹਿੰਦੇ ਨੇ ਭਾਈ ਜੇਠਾ ਜੀ ਦਾ ਜੋ ਜਵਾਬ ਸੀ, ਜਿਸ ਨੂੰ ਭਾਈ ਭੱਟਾਂ ਨੇ ਆਪਣੀਆਂ ਅੱਖਾਂ ਨਾਲ ਤੱਕਿਆ, ਕਹਿੰਦੇ ਸੇਵਾ ਕਰਤ ਨਾ ਛੋੜਿਓ ਪਾਸ। ਉਹਨਾਂ ਸੇਵਾ ਕਰਦਿਆਂ ਗੁਰੂ ਦਾ ਪੱਖ ਨਹੀਂ ਛੱਡਿਆ। ਕਹਿਣ ਵਾਲੇ ਬੜੇ ਆਏ। ਅੱਜ ਮੇਰੇ ਤੇ ਵੀ ਇਹ ਗੱਲ ਹੋ ਸਕਦੀ ਹੈ, ਤੁਹਾਡੇ ਤੇ ਵੀ ਹੋ ਸਕਦੀ ਹੈ, ਕਿਉਂਕਿ ਸੇਵਾ ਸਾਡੀ ਜ਼ਿੰਦਗੀ ਦਾ ਅਹਿਮ ਪੱਖ ਹੈ। ਅਸੀਂ ਕਿਸੇ ਪੱਖ, ਸੇਵਾ ਜਿਹੜਾ ਸਿੱਖ ਦੀ ਜ਼ਿੰਦਗੀ ਦਾ ਅਹਿਮ ਪੱਖ ਹੈ। ਹੋ ਸਕਦਾ ਜਿਹੜੀ ਗੱਲ ਮੈਨੂੰ ਸੇਵਾ ਲੱਗ ਰਹੀ ਹੋਵੇ, ਕਿਸੇ ਦੂਜੇ ਬੰਦੇ ਨੂੰ ਇਹ ਫਜ਼ੂਲ ਕੰਮ ਲੱਗ ਰਹੀ ਹੋਵੇ। ਹੋ ਸਕਦਾ ਹੈ ਦੂਜੇ ਨੂੰ ਲੱਗ ਰਿਹਾ ਹੋਵੇ ਕਿ ਇਹ ਟਾਈਮ ਖਰਾਬ ਕਰ ਰਿਹਾ ਹੈ, ਇਹ ਇਸ ਤਰ੍ਹਾਂ ਕਰ ਰਿਹਾ, ਇਹ ਵੀ ਹੋ ਸਕਦਾ, ਕਿਉਂਕਿ ਹਰ ਇੱਕ ਬੰਦੇ ਦਾ ਇੱਕ ਪੈਮਾਨਾ ਹੁੰਦਾ ਵੇਖਣ ਦਾ, ਉਵੇਂ ਵੇਖਦਾ। ਇਵੇਂ ਉਹਦੇ ਸ਼ਰੀਕੇ ਵਾਲਿਆਂ ਵੇਖਿਆ ਕਿ ਇਹ ਕੀ ਹੋ ਰਿਹਾ ਹੈ, ਨਾਲੇ ਜਵਾਈ ਬਣਾਇਆ ਤੇ ਨਾਲੇ ਟੋਕਰੀ ਢਵਾ ਰਹੇ ਨੇ। ਹਾਲਾਂਕਿ ਭਾਈ ਇਕੱਲਾ ਜੇਠਾ ਟੋਕਰੀ ਨਹੀਂ ਢੋ ਰਿਹਾ ਸੀ, ਉੱਥੇ ਤੇ ਬਹੁਤ ਢੋ ਰਹੇ ਸਨ, ਬਹੁਤ ਜਾਣੇ ਸੇਵਾ ਕਰ ਰਹੇ ਸਨ। ਪਰ ਜਿਹੜਾ ਭਾਈ ਜੀ ਨੇ ਉੱਥੇ ਜਵਾਬ ਦਿੱਤਾ, ਭਾਵ ਜਦੋਂ ਸ਼ਬਦ ਨੂੰ ਕਮਾ ਰਹੇ ਸਨ, ਜੀ ਰਹੇ ਸਨ ਸ਼ਬਦ ਦੇ ਵਿੱਚ, ਤਾਂ ਉਹਨਾਂ ਨੇ ਉੱਥੇ ਜਵਾਬ ਦਿੱਤਾ। ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜੀ ਉਹੀ ਲੋਕ ਨੇ ਜਿੱਦਣ ਮੇਰੇ ਮਾਤਾ ਪਿਤਾ ਚੜ੍ਹਾਈ ਕਰ ਗਏ ਸਨ, ਉਦਣ ਇਹ ਕਿੱਥੇ ਸਨ? ਜਿੱਦਣ ਮੇਰੀ ਨਾਨੀ ਮੈਨੂੰ ਆਪਣੇ ਘਰੇ ਲੈ ਕੇ ਆਈ ਤੇ ਆਪਣੇ ਘਰ ਤੋਂ ਤੁਹਾਡੇ ਦਰ ਤੇ ਲੈ ਕੇ ਆਈ, ਉਦਣ ਇਹ ਕਿੱਥੇ ਸਨ? ਉਦਣ ਨਹੀਂ ਇਹਨਾਂ ਦੇ ਦਿਲ ਵਿੱਚ ਇਹ ਹੇਜ ਜਾਗਿਆ ਕਿ ਇਹ ਬੱਚੇ ਅਨਾਥ ਨੇ, ਇਹ ਬੱਚੇ ਰੁਲ ਜਾਣਗੇ, ਇਹਨਾਂ ਦੀ ਰੋਟੀ ਪਾਣੀ ਦਾ ਪ੍ਰਬੰਧ ਕਰੀਏ। ਉਹਨਾਂ ਵਿੱਚ ਤੇ ਇੰਨੀ ਹਿੰਮਤ ਨਹੀਂ ਹੋਈ ਕਿ ਇਹ ਸਾਡਾ ਖੂਨ ਸਨ, ਸਾਡੇ ਭਰਾ ਦੇ ਪੁੱਤ ਹਨ, ਸਾਡੇ ਭਰਾ ਦੇ ਬੱਚੇ ਹਨ, ਇਹਨਾਂ ਦੀ ਸੰਭਾਲ ਕਰੀਏ। ਉਦੋਂ ਤੇ ਇਹਨਾਂ ਨੇ ਸਾਡੀ ਜਾਇਦਾਦ ਵੀ ਦੱਬ ਲਈ। ਅੱਜ ਇਹਨਾਂ ਨੂੰ ਬੜਾ ਹੇਜ ਜਾਗਿਆ। ਅਸਲ 'ਚ ਇਸ ਗੱਲ ਦਾ ਗੁਰੂ ਅਮਰਦਾਸ ਨੂੰ ਵੀ ਪਤਾ ਸੀ, ਪਰ ਉਹ ਭਾਈ ਜੀ ਦੀ ਪੜਚੋਲ ਕਰਨੀ ਚਾਹੁੰਦੇ ਸਨ ਕਿ ਵਾਕਿਆ ਪਰੋੜ ਨੇ, ਇਹ ਉਹ ਸ਼ਬਦ ਦੇ ਵਿੱਚ ਇਨ ਪਿਨ ਹੋ ਗਏ ਨੇ, ਹੋ ਗਏ। ਤਾਂ ਉਹੀ ਗੱਲ ਦਾ ਭੱਟ ਜੀ ਨੇ ਇੱਥੇ ਜ਼ਿਕਰ ਕੀਤਾ। ਕਹਿੰਦੇ ਅਸੀਂ ਅੱਖੀਂ ਤੱਕਿਆ ਹੈ, ਅਸੀਂ ਅੱਖੀਂ ਵੇਖਿਆ ਗੁਰੂ ਰਾਮਦਾਸ ਮਹਾਰਾਜ ਨੂੰ। ਸੇਵਾ ਕਰਤ ਨਾ ਛੋੜਿਓ ਪਾਸ। ਸੇਵਾ ਕਰਦੇ ਆਏ ਉਹਨਾਂ ਨੇ ਗੁਰੂ ਦਾ ਪਾਸ, ਪਾਸ ਦਾ ਮਤਲਬ ਇਹ ਗੁਰੂ ਦਾ ਸਾਥ ਛੱਡਿਆ ਨਹੀਂ। ਤੇ ਫਿਰ ਕੀ ਹੋਇਆ? ਅੱਗੇ ਉਹਨਾਂ ਨੇ ਜ਼ਿਕਰ ਕੀਤਾ, ਕਹਿੰਦੇ ਤਾਂ ਤੇ ਜਿਹੜਾ ਉੱਪਰ ਕੰਮ ਕੀਤਾ, ਜਿਹਨੂੰ ਭੱਟਾਂ ਨੇ ਵੇਖਿਆ, ਕਹਿੰਦੇ ਤਾਂ ਤੇ ਦਾ ਮਤਲਬ ਹੈ ਇਸ ਤੋਂ, ਕਿਹਦੇ ਤੋਂ? ਸ਼ਬਦ ਦੇ ਕਮਾਉਣ ਤੋਂ, ਪਰਮ ਪਦ ਪਾਉਣ ਤੋਂ, ਸੇਵਾ ਕਰਨ ਤੋਂ, ਗੁਰੂ ਦਾ ਸਾਥ ਨਾ ਛੱਡਣ ਤੋਂ। ਇਹਦੇ ਤੋਂ ਫਿਰ ਕੀ ਮਿਲਿਆ ਭਾਈ ਜੇਠੇ ਨੂੰ, ਗੁਰੂ ਰਾਮਦਾਸ ਮਹਾਰਾਜ ਨੂੰ ਕੀ ਮਿਲਿਆ? ਕਹਿੰਦੇ ਤਾਂ ਤੇ ਗੌਹਰ, ਗੌਹਰ ਕਹਿੰਦੇ ਨੇ ਮੋਤੀ ਨੂੰ। ਮੋਤੀ ਕਈ ਤਰ੍ਹਾਂ ਦੇ ਹੁੰਦੇ ਨੇ, ਇੱਕ ਮੈਲੇ ਵੀ ਹੁੰਦੇ ਨੇ,
ਕੁਝ ਉਹਦੇ ਤੋਂ ਵੱਧ ਚਮਕੀਲੇ ਹੁੰਦੇ ਨੇ ਤੇ ਕੋਈ ਉਹਦੇ ਤੋਂ ਵੱਧ ਚਮਕੀਲੇ ਹੁੰਦੇ ਨੇ। ਜਿਹੜਾ ਸਭ ਤੋਂ ਅਵਲ ਚਮਕੀਲਾ ਮੋਤੀ ਹੁੰਦਾ ਉਹਨੂੰ ਗੌਰ ਕਹਿੰਦੇ ਨੇ। ਗੌਰ ਭਾਵ ਜਿਹਦੇ ਅੰਦਰੋਂ ਪ੍ਰਕਾਸ਼ ਨਿਕਲਦਾ ਹੈ, ਜਿਹਦੇ ਅੰਦਰੋਂ ਚਮਕ ਬਾਹਰ ਨਿਕਲਦੀ ਹੈ। ਜਿਵੇਂ ਹੀਰਾ ਵੀ ਇੱਕ ਮੋਤੀ ਹੈ, ਉਹਦੇ ਅੰਦਰੋਂ ਪ੍ਰਕਾਸ਼ ਬਾਹਰ ਨਿਕਲਦਾ ਹੈ। ਕਹਿੰਦੇ ਤਾਂ ਤੇ ਇਹ ਉੱਪਰ ਕੀਤੇ ਹੋਏ ਕਾਰਜਾਂ ਤੋਂ, ਸ਼ਬਦ ਦੇ ਕਮਾਉਣ ਤੋਂ, ਪਰਮ ਪਦ ਪਾਉਣ ਤੋਂ, ਸੇਵਾ ਕਰਨ ਤੋਂ, ਗੁਰੂ ਦਾ ਸਾਥ ਨਾ ਛੱਡਣ ਤੋਂ। ਭਾਈ ਜੇਠੇ ਨੂੰ ਮਿਲਿਆ ਕੀ? ਕਹਿੰਦੇ ਅਸੀਂ ਤੱਕਿਆ ਭਾਈ ਜੇਠੇ ਭਾਵ ਗੁਰੂ ਰਾਮਦਾਸ ਮਹਾਰਾਜ ਅੰਦਰ ਕੀ ਪੈਦਾ ਹੋਇਆ? ਕਹਿੰਦੇ ਤਾਂ ਤੇ ਗੌਹਰ ਗਿਆਨ ਪ੍ਰਗਟ, ਉਹਨਾਂ ਦੇ ਅੰਦਰ ਗੌਹਰ ਗਿਆਨ, ਮੋਤੀ ਵਰਗਾ ਚਮਕਦਾ ਗਿਆਨ ਪ੍ਰਗਟ ਹੋਇਆ। ਉਹਨਾਂ ਦੇ ਅੰਦਰ ਉਹੀ ਗਿਆਨ ਪ੍ਰਗਟ ਹੋਇਆ ਜਿਹੜਾ ਗੁਰੂ ਦੇ ਅੰਦਰ ਸੀ। ਤਾਂ ਤੇ ਗੌਹਰ ਗਿਆਨ ਪ੍ਰਗਟ ਉਜਿਆਰੋ। ਉਜਿਆਰੋ ਦਾ ਮਤਲਬ ਹੈ ਚਾਨਣਾ, ਜਿਵੇਂ ਦੀਵਾ ਚਾਨਣ ਕਰਦਾ। ਤੇ ਫਿਰ ਗੁਰੂ ਰਾਮਦਾਸ ਮਹਾਰਾਜ ਆਪ ਚਾਨਣ ਕਰਨ ਲੱਗੇ, ਭਾਵ ਆਪ ਲੋਕਾਂ ਨੂੰ ਸਿੱਖਿਆ ਦ੍ਰਿੜ ਕਰਾਉਣ ਲੱਗੇ। ਪਹਿਲਾਂ ਉਹਨਾਂ ਆਪ ਕਮਾਇਆ ਗਿਆਨ ਨੂੰ, ਸ਼ਬਦ ਨੂੰ ਆਪ ਕਮਾਇਆ। ਹੁਣ ਉਹਨਾਂ ਦੇ ਅੰਦਰੋਂ ਆਪ ਸ਼ਬਦ ਬਾਹਰ ਪ੍ਰਗਟ ਹੋਇਆ। ਕਹਿੰਦੇ ਤਾਂ ਤੇ ਗੌਹਰ ਗਿਆਨ ਪ੍ਰਗਟ ਉਜਿਆਰੋ, ਦੁੱਖ ਦਰਿਦਰ ਅੰਧਿਆਰ ਕੋ ਨਾਸ। ਤੇ ਗੁਰੂ ਰਾਮਦਾਸ ਵਿੱਚੋਂ ਪੈਦਾ ਹੋਏ ਉਸ ਗਿਆਨ ਨੇ, ਜਿਹੜਾ ਮੋਤੀ ਵਰਗਾ ਚਮਕਦਾਰ ਸੀ, ਜਿਹੜਾ ਉਜਿਆਰਾ ਕਰ ਰਿਹਾ ਸੀ, ਉਜਿਆਲਾ ਕਰ ਰਿਹਾ ਸੀ, ਉਹਨੇ ਦੁੱਖਾਂ ਦਾ ਵੀ ਨਾਸ ਕਰ ਦਿੱਤਾ। ਦਰਿਦਰ, ਦਰਿਦਰ ਕਹਿੰਦੇ ਆਪਾਂ ਆਲਸ ਨੂੰ, ਸਾਡੀ ਪੰਜਾਬੀ ਬੋਲੀ 'ਚ ਦਰਿਦਰ ਕਹਿੰਦੇ ਨੇ ਆਲਸ ਨੂੰ। ਸਾਡੇ ਬਜ਼ੁਰਗ ਕਹਿਆ ਕਰਦੇ ਸਨ, ਕੋਈ ਸੱਜਣ ਬਿਸਤਰੇ ਤੇ ਪਿਆ ਰਹੇ ਕੰਮ ਨਾ ਕਰੇ ਤੇ ਆਪਾਂ ਕਹਿ ਦਿੰਨੇ ਆ, ਜਾਂ ਬਜ਼ੁਰਗ ਕਹਿਆ ਕਰਦੇ ਸਨ, ਤੂੰ ਕੀ ਦਰਿਦਰ ਪਾਇਆ ਈ, ਉੱਠ ਹਾਂ ਖੜ ਕੇ ਜਰਾ ਕੰਮ ਤੇ ਕਰ। ਕਹਿੰਦੇ ਗੁਰੂ ਰਾਮਦਾਸ ਮਹਾਰਾਜ ਵਿੱਚੋਂ ਪੈਦਾ ਹੋਏ ਉਸ ਗਿਆਨ ਨੇ ਦੁੱਖਾਂ ਦਾ ਵੀ ਨਾਸ ਕਰ ਦਿੱਤਾ, ਆਲਸ ਦਾ ਵੀ ਨਾਸ ਕਰ ਦਿੱਤਾ, ਤੇ ਜਿਹੜਾ ਅੰਧੇਰਾ ਸੀ ਅੰਦਰ ਉਹਦਾ ਵੀ ਨਾਸ ਕਰ ਦਿੱਤਾ। ਤਾਂ ਬਚਨ ਹੈ, ਕਹਿੰਦੇ ਤਾਂ ਤੇ ਗੌਹਰ ਗਿਆਨ ਪ੍ਰਗਟ ਉਜਿਆਰੋ, ਦੁੱਖ ਦਰਿਦਰ ਅੰਧਿਆਰ ਕੋ ਨਾਸ। ਕਵ ਕੀਰਤ, ਕਵ ਦਾ ਮਤਲਬ ਹੈ ਕਵੀ। ਉਹ ਆਪਣੇ ਆਪ ਨੂੰ ਕਵੀ ਕਹਿੰਦੇ ਹਨ। ਭੱਟ ਸਾਹਿਬਾਨ, ਮੈਂ ਅੱਗੇ ਵੀ ਜ਼ਿਕਰ ਕੀਤਾ, ਉਹ ਆਪਣੇ ਆਪ ਨੂੰ ਭਾਟ ਵੀ ਕਹਿੰਦੇ ਹਨ, ਉਹ ਆਪਣੇ ਆਪ ਨੂੰ ਕਵੀ ਵੀ ਕਹਿੰਦੇ ਹਨ ਤੇ ਕਵ ਵੀ ਕਹਿੰਦੇ ਹਨ। ਕਹਿੰਦੇ ਕਵ ਕੀਰਤ, ਭੱਟ ਕੀਰਤ ਜੀ ਕਹਿਣ ਲੱਗੇ, ਕਹਿੰਦੇ ਮੈਂ ਕਹਿਣਾ ਕਿ ਜੋ ਸੰਤ ਚਰਨ ਮੂੜ ਲਾਗੈ। ਇੱਥੇ ਉਹਨਾਂ ਨੇ ਸੰਤ ਸ਼ਬਦ ਵਰਤਿਆ ਗੁਰੂ ਰਾਮਦਾਸ ਵਾਸਤੇ। ਕਹਿੰਦੇ ਜਿਹੜੇ ਮੂਰਖ ਲੋਕ, ਮੂੜੀ ਲੋਕ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਨਾਲ ਲੱਗ ਜਾਣਗੇ, ਜੋ ਸੰਤ ਚਰਨ ਮੂੜ ਲਾਗੈ, ਕੀ ਹੋਏਗਾ? ਤਿੰਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ। ਉਹਨਾਂ ਨੂੰ ਨਾ ਕਾਮ ਦਾ ਡਰ ਰਹੇਗਾ, ਨਾ ਕ੍ਰੋਧ ਦਾ ਡਰ ਰਹੇਗਾ, ਨਾ ਬਾਕੀ ਜਮਾਂ ਦਾ ਡਰ ਰਹੇਗਾ। ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਗਟ ਹੋਇਆ ਗਿਆਨ ਉਹਨਾਂ ਦੇ ਅੰਦਰੋਂ ਕਾਮ, ਕ੍ਰੋਧ, ਅਹੰਕਾਰ ਤੇ ਇਹਨਾਂ ਜਮਾਂ ਦਾ ਡਰ ਚੱਕ ਦੇਗਾ। ਸੋ ਮੈਂ ਅਰਜ਼ ਕੀਤੀ ਸੀ ਸ਼ੁਰੂ ਦੇ ਵਿੱਚ, ਜਿੱਥੋਂ ਅਸੀਂ ਸ਼ੁਰੂ ਹੋਏ, ਵਿਸ਼ੇ ਨੂੰ ਪਕੜ ਕੇ ਰੱਖਿਓ ਕਿ ਭੱਟ ਕੀਰਤ ਜੀ ਇਹ ਗੱਲ ਕਹਿੰਦੇ ਸਨ। ਫਿਰ ਮੈਂ ਜ਼ਿਕਰ ਕਰਦਾ, ਬੜਾ ਇਹ ਗੱਲ ਸਮਝਣ ਵਾਲੀ ਕਿ ਉਹ ਗੁਰੂ 'ਚ ਕੀ ਵੇਖ ਰਹੇ ਨੇ, ਅਸੀਂ ਕੀ ਵੇਖ ਰਹੇ ਹਾਂ ਤੇ ਉਹ ਕੀ ਵੇਖ ਰਹੇ ਹਨ। ਜਦੋਂ ਮੈਂ ਪੜ੍ਹ ਰਿਹਾ ਸਾਂ ਤਾਂ ਜ਼ਿਕਰ ਕਿਤੇ ਵੀ ਉਹਨਾਂ ਨੇ ਬਾਹਰੀ ਵੇਸ਼ ਭੂਸ਼ਾ ਦਾ ਕੀਤਾ ਹੀ ਨਹੀਂ। ਅੱਜ ਆਹੀ ਪਰੇਸ਼ਾਨੀ ਹੈ ਕਿ ਸਾਡਾ ਸਭ ਧਿਆਨ ਬਾਹਰੀ ਬਸਤਰਾਂ, ਬਾਹਰੀ ਸਜਾਵਟ ਤੇ ਬਾਹਰੀ ਜਲੌ ਤੇ ਹੈ। ਹਾਲਾਂਕਿ ਇਹ ਚੀਜ਼ਾਂ ਕਿਸੇ ਹੱਦ ਤੱਕ ਜ਼ਰੂਰੀ ਨੇ, ਪਰ ਸਿੱਖ ਨੇ ਇਹਨਾਂ ਤੋਂ ਅੰਦਰ, ਇਹਨਾਂ ਤੋਂ ਪਾਰ ਤੱਕਣਾ, ਜਿਹਦਾ ਜ਼ਿਕਰ ਭੱਟ ਜੀ ਇੱਥੇ ਕਰ ਰਹੇ। ਉਹਨਾਂ ਨੇ ਗੁਰੂ ਰਾਮਦਾਸ 'ਚ ਇਹ ਚੀਜ਼ਾਂ ਤੱਕੀਆਂ, ਵੇਖੀਆਂ, ਤੇ ਇਸ ਕਰਕੇ ਅਖੀਰ ਤੇ ਭੱਟ ਜੀ ਕਹਿੰਦੇ ਜਿਮ ਅੰਗਦ ਅੰਗ ਸੰਗ ਨਾਨਕ ਗੁਰ। ਇਹ ਅਖੀਰਲੀ ਪੰਕਤੀ ਹੈ ਸਵਈਏ ਦੀ। ਕਹਿੰਦੇ ਜਿਵੇਂ ਅਸੀਂ ਵੇਖਿਆ ਕਿ ਗੁਰੂ ਨਾਨਕ ਦੇ ਨਾਲ ਅੰਗ ਸੰਗ ਭਾਈ ਲਹਿਣਾ ਰਿਹਾ। ਹੁਣ ਇੱਥੇ ਉਹੀ ਪਿਛੋਕੜ ਵਾਲੇ ਇਤਿਹਾਸ ਦਾ ਜ਼ਿਕਰ ਕਰ ਦਿੱਤਾ ਭੱਟ ਸਾਹਿਬਾਨ ਨੇ। ਸਾਰਾ ਜੋ
ਭਾਈ ਲਹਿਣੇ ਦਾ ਤੇ ਗੁਰੂ ਨਾਨਕ ਸਾਹਿਬ ਦਾ ਸੀਗਾ। ਇੱਕ ਲਾਈਨ 'ਚ ਉਹਨਾਂ ਨੇ ਉਹ ਸਾਰਾ ਇਤਿਹਾਸ ਦੱਸ ਦਿੱਤਾ ਕਿ ਜਿਵੇਂ ਭਾਈ ਲਹਿਣਾ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਲਗਭਗ 11 ਕੁ ਸਾਲਾਂ ਦਾ ਜ਼ਿਕਰ ਆਪਾਂ ਨੂੰ ਮਿਲਦਾ ਹੈ, ਵੱਧ ਘੱਟ ਵੀ ਹੋ ਸਕਦਾ ਹੈ ਕਿ ਉਹ ਇਕੱਠੇ ਰਹੇ, ਗੁਰੂ ਨਾਨਕ ਸਾਹਿਬ ਤੇ ਭਾਈ ਲਹਿਣਾ ਜੀ। ਕਹਿੰਦੇ ਜਿਵੇਂ ਭਾਈ ਲਹਿਣਾ ਪੈਰ ਪੈਰ ਤੇ ਬਾਬੇ ਨਾਨਕ ਦੀਆਂ ਪੈੜਾਂ 'ਚ ਪੈੜਾਂ ਰੱਖਦਾ ਰਿਹਾ, ਉਹਨਾਂ ਤੋਂ ਪਿੱਛੇ ਨਹੀਂ ਜਾਂਦਾ ਰਿਹਾ। ਉਹਨਾਂ ਦੀ ਅਖੀਰਲੀ ਪ੍ਰੀਖਿਆ ਇਹ ਸੀ ਜਿੱਥੇ ਉਹਨਾਂ ਨੇ ਆਖਿਆ ਮੁਰਦਾ ਖਾ। ਭਾਈ ਜੀ ਨੇ ਆਖਿਆ, ਭਾਈ ਲਹਿਣੇ ਜੀ ਨੇ ਆਖਿਆ ਕਿੱਧਰੋਂ ਖਾਵਾਂ ਮਹਾਰਾਜ, ਦੱਸੋ ਕਿੱਧਰੋਂ ਖਾਵਾਂ, ਪੈਰਾਂ ਵਾਲੇ ਬੰਨਿਓ ਜਾਂ ਇੱਧਰੋਂ। ਗੁਰੂ ਨਾਨਕ ਨੇ ਚੱਕ ਕੇ ਛਾਤੀ ਨਾਲ ਲਾ ਲਿਆ। ਕਹਿੰਦੇ ਜਿਵੇਂ ਗੁਰੂ ਨਾਨਕ ਸਾਹਿਬ ਦੇ ਨਾਲ ਭਾਈ ਲਹਿਣਾ ਜੀ ਸਨ, ਜਿਵੇਂ ਅੰਗਦ ਅੰਗ ਸੰਗ ਨਾਨਕ ਗੁਰ, ਤਿਮ ਗੁਰ ਰਾ ਅਮਰਦਾਸ ਕੈ ਗੁਰ ਰਾਮਦਾਸ। ਕਹਿੰਦੇ ਉਵੇਂ ਹੀ ਸਮਝ ਲਓ ਬਸ। ਭਾਵ ਪੱਟ ਕਹਿੰਦੇ ਜਿਹੋ ਜੀ ਕਮਾਈ ਭਾਈ ਲਹਿਣੇ ਨੇ ਕੀਤੀ ਆ ਬਾਬੇ ਨਾਨਕ ਦੇ ਚਰਨਾਂ 'ਚ ਰਹਿ ਕੇ, ਉਹੋ ਜੀ ਕਮਾਈ ਗੁਰੂ ਅਮਰਦਾਸ ਦੇ ਚਰਨਾਂ 'ਚ ਰਹਿ ਕੇ ਭਾਈ ਜੇਠੇ ਨੇ ਕੀਤੀ ਆ। ਆਹ ਤੱਕਿਆ ਪੱਟਾਂ ਨੇ ਤੇ ਇਹ ਤੱਕ ਕੇ ਫਿਰ ਉਹਨਾਂ ਨੇ ਕਿਹਾ ਇਹ 4 ਸਵਈਏ ਹਨ। ਪਹਿਲੇ ਸਵਈਏ ਦੀ ਸਾਂਝ ਅੱਜ ਮੈਂ ਪਾ ਦਿੱਤੀ, ਦੂਜਾ ਸਵਈਆ, ਤੀਜਾ ਸਵਈਆ ਤੇ ਚੌਥਾ ਸਵਈਆ ਜਿਹੜਾ ਅਸੀਂ ਪੜ੍ਹਦੇ ਹਾਂ, ਹਮ ਅਵਗੁਣ ਭਰੇ ਇਹ ਗੁਣਾਈ, ਉਹਦੀਆਂ ਅੰਤਲੀਆਂ ਪੰਕਤੀਆਂ ਅਸੀਂ ਪੜ੍ਹਦੇ ਹਾਂ। ਉਹ ਸਾਰੇ ਜਾਣੇ ਪੜ੍ਹ ਕੇ ਸਮਾਪਤੀ ਕਰੀਏ। ਉਹ ਬਚਨ ਉਹਨਾਂ ਨੇ ਇੱਥੇ ਅਖੀਰ ਤੇ ਆ ਕੇ ਤਾਂ ਕਿਹਾ, ਆਹ ਗੱਲਾਂ ਉਹਨਾਂ ਨੂੰ ਭਾਈ ਜੇਠੇ ਦੇ ਜੀਵਨ ਵਿੱਚੋਂ ਸਮਝ ਆਈਆਂ। ਪਹਿਲਾਂ ਗੁਰੂ ਰਾਮਦਾਸ ਦੇ ਜੀਵਨ ਵਿੱਚੋਂ ਆ ਸਾਰਾ ਕੁਝ ਵੇਖ ਕੇ ਫਿਰ ਉਹਨਾਂ ਨੇ ਕਿਹਾ, ਕੀ ਕਿਹਾ ਜਿਹੜਾ ਅਸੀਂ ਆ ਪੜ੍ਹ ਰਹੇ ਹਾਂ, ਗੁਰ ਰਾਮਦਾਸ ਗੁਰ ਰਾਮਦਾਸ ਗੁਰ ਰਾਮਦਾਸ ਗੁਰ ਰਾਮਦਾਸ। ਰਾਖੋ ਸਰਣਾਈ ਰਾਖੋ ਸਰਣਾਈ, ਗੁਰ ਰਾਮਦਾਸ ਗੁਰ ਰਾਮਦਾਸ ਗੁਰ ਰਾਮਦਾਸ ਗੁਰ ਰਾਮਦਾਸ। ਸੋਨਾ ਨੇ ਕਿਹਾ ਇੱਕ ਅਰਦਾਸ ਪਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਣਾਈ। ਭੱਟ ਕੀਰਤ ਦੀ ਜਗ੍ਹਾ ਤੇ ਅਸੀਂ ਆਪਣੇ ਆਪ ਨੂੰ ਰੱਖ ਲਈਏ ਤੇ ਗੁਰੂ ਰਾਮਦਾਸ ਮਹਾਰਾਜ ਜੀ ਜੋਤ ਗੁਰੂ ਗ੍ਰੰਥ ਸਾਹਿਬ 'ਚ ਹੈ ਤੇ ਆਪਾਂ ਸਮਝ ਲਿਓ ਕਹਿ ਰਹੇ ਹਾਂ ਕਿ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੀ ਚਰਨ ਸ਼ਰਨ 'ਚ ਸਾਨੂੰ ਰੱਖ ਲਓ। ਪਰ ਸਵਾਲ ਇਹ ਹੁੰਦਾ ਹੈ ਭੱਟ ਕੀਰਤ ਨੇ ਕਿਉਂ ਇਹ ਗੱਲ ਕਹੀ, ਕੀ ਵੇਖਿਆ? ਗੁਰੂ ਰਾਮਦਾਸ ਜੀ ਦਾ ਜ਼ਿਕਰ ਮੈਂ ਕਰਕੇ ਆਇਆ, ਕੱਲ ਨੂੰ ਫੇਰ ਕਰਾਂਗਾ। ਆਹ ਕੁਝ ਖਾਸ ਚੀਜ਼ਾਂ ਵੇਖੀਆਂ ਉਹਨਾਂ ਨੇ, ਮੈਂ ਦੁਬਾਰਾ ਫੇਰ ਸੰਖੇਪ 'ਚ ਕਹਿਣ ਦੇਵਾਂ। ਪਹਿਲਾ ਕਿ ਗੁਰੂ ਰਾਮਦਾਸ ਨੇ ਸ਼ਬਦ ਨੂੰ ਕਮਾਇਆ, ਦੂਜਾ ਉਹਨਾਂ ਨੇ ਉੱਚੀ ਪਰਮ ਅਵਸਥਾ ਪਾਈ, ਤੀਜਾ ਉਹਨਾਂ ਨੇ ਸੇਵਾ ਕੀਤੀ ਤੇ ਸੇਵਾ ਕਰਦਿਆਂ ਪੈਰ ਪਿੱਛੇ ਨਹੀਂ ਢਾਇਆ। ਅਨੇਕ ਮੁਸੀਬਤਾਂ ਆਈਆਂ ਸਾਹਮਣੇ ਪਰ ਉਹ ਅੱਗੇ ਹੀ ਵਧਦੇ ਗਏ ਗੁਰੂ ਦੇ ਬੋਲਾਂ ਤੇ। ਫਿਰ ਉਹਨਾਂ ਦੇ ਅੰਦਰ ਇੱਕ ਗਿਆਨ ਪ੍ਰਗਟ ਹੋਇਆ ਤੇ ਉਸ ਗਿਆਨ ਨੇ ਲੋਕਾਂ ਦੇ ਦੁੱਖ ਦਰਿਦਰ ਆਲਸ ਇਹ ਖਤਮ ਕਰ ਦਿੱਤੇ। ਤੇ ਭੱਟ ਜੀ ਕਹਿੰਦੇ ਐਸੇ ਗੁਰੂ ਦੀ ਚਰਨ ਸ਼ਰਨ 'ਚ ਪੈ ਕੇ ਤੁਸੀਂ ਵੀ ਆਪਣੇ ਕਾਮ ਕ੍ਰੋਧ ਇਤਿਆਦਿਕ ਜਮਾਂ ਦਾ ਇਲਾਜ ਕਰਵਾ ਲਓ। ਇਹ ਗੁਰੂ ਬੜਾ ਅਪਰ ਅਪਾਰ ਤੇ ਬੜਾ ਵਡੇਰਾ ਹੈ। ਸੋ ਕੱਲ ਨੂੰ ਅਗਲੇ ਬਚਨ ਦੀ ਸਾਂਝ ਕਰਾਂਗੇ। ਅੱਗੇ ਫਿਰ ਕੁਝ ਗੱਲਾਂ ਭਾਈ ਜੀ ਸਾਡੇ ਨਾਲ, ਭੱਟ ਕੀਰਤ ਜੀ ਸਾਡੇ ਨਾਲ ਸਾਂਝੀਆਂ ਕਰਨਗੇ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ, ਪਿਆਰ ਸਹਿਤ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ।